ਤਾਂ ਫਿਰ ਮਿੱਤਰੋ ਬੁੱਕ 16 ਆਪਣੀ ਹਜੇ ਖਤਮ ਨਹੀਂ ਹੋਈ। ਆਪਾਂ ਟਰੂ ਫਾਲਸ ਨੋਟ ਗਿਵਨ ਜ਼ਰੂਰ ਖਤਮ ਕਰ ਲਿਆ, ਲੇਕਿਨ ਹੁਣ ਆਪਾਂ ਮੁੜ ਤੋਂ ਸਟਾਰਟ ਕਰਤੀ ਹੈ ਬੁੱਕ ਤੇ ਆਪਾਂ ਡਿਸਕਸ ਕਰਾਂਗੇ ਬਲੈਂਕਸ। ਇੱਕ ਇੱਕ ਵੀਡੀਓ ਦੇ ਅੰਦਰ ਤੁਹਾਡੇ ਨਾਲ ਸਾਰੇ ਇਹਦੇ ਪੈਸੇजेस ਦੇ ਬਲੈਂਕਸ ਡਿਸਕਸ ਹੁੰਦੇ ਜਾਣਗੇ ਤੇ ਤੁਸੀਂ ਦੇਖਿਓ ਕਿ ਤੁਹਾਨੂੰ ਮੇਰੇ ਟਿਪਸ ਐਂਡ ਟ੍ਰਿਕਸ ਦੇ ਨਾਲ ਰੀਡਿੰਗ ਥੋੜੇ ਹੀ ਦਿਨਾਂ 'ਚ ਕਿੰਨੀ ਈਜ਼ੀ ਲੱਗਣੀ ਸ਼ੁਰੂ ਹੋ ਜਾਏਗੀ। ਜਦੋਂ ਵੀ ਆਪਾਂ ਬਲੈਂਕ ਕਰਨੇ ਆ ਸਾਡਾ ਫੋਕਸ ਸਿਰਫ ਤੇ ਸਿਰਫ ਉਸ ਇੱਕ ਵਰਡ ਤੇ ਹੋਏਗਾ ਜੋ ਸਾਡਾ ਆਨਸਰ ਵਰਡ ਆ। ਬਹੁਤ ਜ਼ਿਆਦਾ ਆਪਾਂ ਲੱਭਣਾ ਨਹੀਂ, ਬਹੁਤ ਜ਼ਿਆਦਾ ਆਪਾਂ ਪੜ੍ਹਨਾ ਨਹੀਂ ਤੇ ਕਿਹੜੀਆਂ ਚੀਜ਼ਾਂ ਨੂੰ ਧਿਆਨ 'ਚ ਰੱਖਾਂਗੇ ਕਿ ਅਸੀਂ ਉਸ ਵਰਡ ਤੱਕ ਪਹੁੰਚ ਜਾਈਏ, ਮੈਂ ਨਾ ਵੀਡੀਓ 'ਚ ਤੁਹਾਨੂੰ ਸਿਖਾ ਰਿਹਾ। ਸਭ ਤੋਂ ਪਹਿਲਾ ਕੁਐਸਚਨ ਹੈਗਾ ਪੀਪਲ ਥਿੰਕ ਆਫ ਬੀਅਰਸ ਐਜ਼ ਅਨਇੰਟੈਲੀਜੈਂਟ ਐਂਡ ਡੈਸ਼। ਇੱਕੋ ਦਮ ਕਰਕੇ ਆਨਸਰ ਨਹੀਂ ਲੱਭਣਾ, ਇੱਥੇ ਆਪਣੇ ਆਪ ਨੂੰ ਰੋਕ ਲੈਣਾ ਤੇ ਆਪਣੇ ਮਾਈਂਡ ਨੂੰ ਹਰ ਹਾਲਤ ਦੇ ਵਿੱਚ ਜ਼ੋਰ ਪਾ ਕੇ ਸਮਝਾਉਣਾ ਵੀ ਮੈਨੂੰ ਇੱਥੇ ਕੀ ਚਾਹੀਦਾ। ਕਹਿੰਦਾ ਅਸੀਂ ਪੋਲਰ ਬੀਅਰਸ ਜਾਂ ਬੀਅਰ ਬਾਰੇ ਅਕਸਰ ਕੀ ਸੋਚਦੇ ਹਾਂ ਕਿ ਇਹ ਕੀ ਹੁੰਦੇ ਨੇ। ਇੱਕ ਅਨਇੰਟੈਲੀਜੈਂਟ ਮਤਲਬ ਇਹ ਬੇਵਕੂਫ ਜਾਨਵਰ ਆ। ਇਹਦਾ ਮਤਲਬ ਕਿਸੇ ਨੂੰ ਮੈਂ ਬੇਵਕੂਫ ਕਵਾਂ, ਰਮਨ ਬੇਵਕੂਫ ਹੈ, ਇਹਦਾ ਮਤਲਬ ਇਹ ਵਰਡ ਇੱਕ ਐਡਜੈਕਟਿਵ ਆ। ठीक है, बेवकूफ़ इंसान, कला बेवकूफ़ कोई मतलब नहीं होया। बेवकूफ़ जानवर, बेवकूफ़ इंसान, ਇਹਦਾ मतलब ਜਿਹੜਾ वर्ड ਕਿਸੇ वर्ड ਨਾਲ ਰਲ ਕੇ ਉਹਦੇ मतलब ਨੂੰ ਹੋਰ ਕਲੀਅਰ ਕਰਦਾ ਉਹਨੂੰ ਐਡਜੈਕਟਿਵ ਬੋਲਦੇ ਆ। ਇੱਕ ਅਨਇੰਟੈਲੀਜੈਂਟ ਐਡਜੈਕਟਿਵ ਆ ਐਂਡ ਡੈਸ਼ मतलब दूसरा ਐਡਜੈਕਟਿਵ ਮੈਂ ਲੱਭਣਾ ਵੀ ਭਾਲੂ ਨੂੰ ਮੈਂ ਦੂਸਰਾ ਹੋਰ ਕੀ ਸਮਝ ਕੇ ਚੱਲਦਾ। जिस इंफॉर्मेशन पैराग्राफ च होनी चाहिए वो पीस तो इंफॉर्मेशन का सामने नजर आ रहा। बीयर्स ऑन दी अदर हैंड सीम टू बी परसीव्ड मन्ने जाते हैं कि एज स्टूपिड, उधर कहता अनइंटेलिजेंट, इधर कहता स्टूपिड एंड इन मैनी केसेस वायलेंट। फुल स्टॉप। ਇਹਦਾ मतलब ਮੈਨੂੰ आंसर ਇੱਥੇ ਮਿਲਣਾ ਚਾਹੀਦਾ। ਕਿਹੜਾ वर्ड ਹੋਏਗਾ? एंड इन मैनी केसेस नहीं जी, ਮੈਨੂੰ ਚਾਹੀਦਾ वायलेंट क्योंकि बीयर ਦੇ ਨਾਲ ਮੈਂ ਲਗਾ ਸਕਦਾ वायलेंट बीयर, राइट। सो ਸਾਡਾ आंसर ਕੀ ਬਣ ਗਿਆ ਇੱਥੇ? वायलेंट। मूव ऑन करते हैं। हाउएवर दिस मे नॉट बी करेक्ट, लेकिन ये सही नहीं है। In Tennoji Zoo ਦੀ ਗੱਲ ਕਰ ਰਿਹਾ, ਕਹਿੰਦਾ a bear has been seen using a branch as a dash। मतलब ਹੁਣ ਮੇਰੇ ਕੋਲ ਕੁਝ ਦੋ ਕੀਵਰਡ ਧਿਆਨ ਰੱਖਣ ਵਾਲੇ ਆ ਗਏ। ਇੱਕ ਤਾਂ ਜ਼ੂ ਦੀ ਗੱਲ ਆ ਗਈ, ਜਿੱਥੇ ਆਏਗੀ ਉੱਥੇ ਹੀ ਆਨਸਰ। ਬੀਅਰ ਨੂੰ ਦੇਖਿਆ ਗਿਆ ਕੀ ਕਰਦੇ ਹੋਏ। ਬੀਅਰ ਕੀ ਕਰ ਰਿਹਾ ਸੀਗਾ? ਉਹਨੇ ਬ੍ਰਾਂਚ ਉਹਦੇ ਕੋਲ ਫੜੀ ਹੋਈ ਸੀ, ਉਹਨੂੰ ਇਸਤੇਮਾਲ ਕਰ ਰਿਹਾ ਸੀ ਐਜ਼ ਏ ਡੈਸ਼। ਇਹ ਵਰਡ ਬਹੁਤ ਹੈਲਪ ਕਰਦੇ ਆਨਸਰ ਲੱਭਣ ਚ। आ गया जी zoo, आ गया has been observed, has been seen। making use, उधर उन्हें branch किया सीगा, इधर उन्हें कहता use of a tool to manipulate his environment। ਉਹਨੂੰ ਆਪਣੇ environment ਨੂੰ manipulate ਕਰਦੇ ਦੇਖਿਆ ਗਿਆ। ਉਹ ਸਾਰਾ ਜਿਵੇਂ ਸ਼ਹਿਦ ਖਾ ਲੈਂਦੇ ਆ ਹਨਾ, ਮੱਖੀ ਦੇ ਛੱਤੇ ਦੇ ਵਿੱਚ ਸੋਟੀ ਮਾਰ ਕੇ ਸ਼ਹਿਦ ਕੱਢ ਕੇ ਉਹਨੂੰ ਚੱਟੀ ਜਾਂਦਾ ਪਿਆ ਹੋਵੇ। ਸੋ ਇਧਰ ਉਹਨੇ ਲਿਖਤਾ a tool, ਉਧਰ ਉਹਨੇ कहता branch ਨੂੰ as a ਕੀ ਇਸਤੇਮਾਲ ਕੀਤਾ? as a tool, ਆਪਣਾ as a ਸੰਦ ਬਣਾਉਣ ਦੀ ਕੋਸ਼ਿਸ਼ ਕੀਤੀ ਉਹਨੂੰ। ਸੋ correct answer is tool। ਅਗਲਾ ਕਰਦੇ ਆ this allowed him to knock down some। ਇਹਦੇ ਨਾਲ ਕੀ ਕੀਤਾ ਉਹਨੇ? ਕੋਈ ਚੀਜ਼ ਢਾਤੀ, ਮਤਲਬ ਉਹਨੇ ਟੂਲ ਦਾ ਇਸਤੇਮਾਲ ਕਰਕੇ ਕੋਈ ਚੀਜ਼ ਢਾਉਣ ਦੇ ਵਿੱਚ ਉਹਦੀ ਮਦਦ ਹੋਈ। ਕੀ ਢਾਇਆ ਹੋਊਗਾ ਉਹਨੇ? ਦੇਖਦੇ ਆ। The bear used a tree branch on multiple occasions। ਹੁਣ ਉਹਨੇ ਦੁਬਾਰਾ ਤੋਂ ਰਿਪੀਟ ਕਰ ਦਿੱਤਾ ਕਿ ਉਹਨੇ ਇਸ ਬ੍ਰਾਂਚ ਨੂੰ ਮਲਟੀਪਲ ਟਾਈਮਸ ਕਈ ਵਾਰੀ ਇਸਤੇਮਾਲ ਕੀਤਾ। occasions to dislodge, dislodge ਹੁੰਦਾ ਹਟਾ ਦੇਣਾ, ਪਰੇ ਕਰ ਦੇਣਾ, ਸਾਈਡ ਕਰ ਦੇਣਾ। a piece of meat hung out of his reach। ਕਹਿਣ ਦਾ ਮਤਲਬ ਇੱਕ ਮੀਟ ਦਾ ਪੀਸ ਸੀਗਾ ਜੋ ਉਹਦੀ ਰੀਚ ਤੋਂ ਬਾਹਰ ਸੀਗਾ, ਉਹਨੇ ਉਹਨੂੰ ਸੋਟੀਆਂ ਮਾਰ ਮਾਰ ਕੇ ਥੱਲੇ ਲਾ ਲਿਆ। ਸੋ ਇੱਥੇ ਤੁਹਾਨੂੰ ਹਿਸਾਬ ਨਾਲ ਕੀ ਲੱਗਦਾ ਕਿ ਆਨਸਰ ਕੀ ਆਣਾ ਚਾਹੀਦਾ? allowed him knock down। ਉਹਨੇ ਕਿਹੜੀ ਚੀਜ਼ ਨੂੰ knock down ਕੀਤਾ ਸੀਗਾ? ਉਹਨੇ piece of meat ਨੂੰ knock down ਕੀਤਾ ਸੀਗਾ। ਕਿਉਂਕਿ word ਇੱਕ ਹੀ allowed ਆ, ਸੋ ਅਸੀਂ piece ਨਹੀਂ ਲਿਖ ਸਕਦੇ, piece of meat ਨਹੀਂ ਲਿਖ ਸਕਦੇ, ਲੇਕਿਨ ਅਸੀਂ meat as an answer ਜ਼ਰੂਰ ਲਿਖ ਸਕਦੇ ਹਾਂ। A wild polar bear
worked out a method ਇੱਕ ਵਾਈਲਡ ਜੰਗਲੀ ਵੀ ਸੀਗਾ ਉਹਨੇ ਇੱਕ ਤਰੀਕਾ ਲੱਭ ਲਿਆ worked out a method ਦਾ ਮਤਲਬ ਹੁੰਦਾ ਤਰੀਕਾ ਲੱਭ ਲੈਣਾ ਜਿਵੇਂ ਤੁਸੀਂ ਆਪਣੀ ਆਇਲਸ ਰੀਡਿੰਗ ਦਾ ਤਰੀਕਾ ਕੀ ਲੱਭ ਲਿਆ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਿਆ ਜੇ ਮਿੱਤਰੋ ਨਹੀਂ ਕੀਤਾ ਤਾਂ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰੋ ਰੀਚਿੰਗ ਅ ਪਲੇਟਫਾਰਮ ਉਹ ਇੱਕ ਪਲੇਟਫਾਰਮ ਤੇ ਪਹੁੰਚ ਗਿਆ where a dash was located ਮਤਲਬ ਇੱਕ ਪਲੇਟਫਾਰਮ ਤੇ ਪਹੁੰਚ ਗਿਆ ਤਖਤੀ ਤੇ ਪਹੁੰਚ ਗਿਆ ਜਿੱਥੇ dash located ਸੀ ਉੱਥੇ ਕੀ located ਸੀ ਮਤਲਬ ਕੋਈ ਚੀਜ਼ ਸੀਗੀ now ਸਾਨੂੰ while ਵਾਲੇ ਦੇ ਨਾਲ ਲੈਣਾ ਦੇਣਾ ਅਗਲੀਆਂ ਕੁਝ ਲਾਈਨਾਂ ਛੋਣੀਆਂ ਚਾਹੀਦੀਆਂ ਆਨਸਰ ਇਹਦਾ ਆ ਗਿਆ ਜੀ ਵਿਟਨੈਸ ਇਨ although not problem solving ability has also been witnessed in wild polar bear although not as obviously as with gogo ਮਤਲਬ ਜਿਹੜੇ ਜੰਗਲਾਂ 'ਚ ਰਹਿੰਦੇ ਉਹਨਾਂ ਦੇ ਵਿੱਚ ਵੀ ਇਹ ਐਬਿਲਿਟੀ ਹੈਗੀ ਹਜੇ ਉਹਨੇ ਦੱਸਿਆ ਨਹੀਂ ਕੀ ਕੀਤਾ ਅਗਲੀ ਲਾਈਨ ਪੜ੍ਹਦੇ ਆ ਅ ਕੈਲਕੂਲੇਟਡ ਮੂਵ ਬਾय ਅ ਮੇਲ ਬੀਅਰ ਮਤਲਬ ਉਹਨੇ ਬੜਾ ਸੋਚ ਸਮਝ ਕੇ ਮੂਵਮੈਂਟ ਕੀਤੀ ਆਪਣੀ running and jumping out onto barrels in an attempt to get a photographer standing on a platform 4 meter high so platform ਦੇ ਉੱਪਰ ਸਾਨੂੰ ਵੀ ਇਹਦੇ ਨਾਲ ਹੀ ਲੈਣਾ ਸੀ ਪਲੇਟਫਾਰਮ ਦੇ ਉੱਪਰ ਇੱਥੇ ਕਹਿੰਦਾ ਡੈਸ਼ ਵਾਸ ਲੋਕੇਟਡ ਸੋ ਪਲੇਟਫਾਰਮ ਦੇ ਉੱਪਰ ਕੀ ਚੀਜ਼ ਲੋਕੇਟਡ ਹੋਗੀ ਸੋ photographer standing matlab located on a platform so the answer is photographer polar bear have displayed behavior such as conscious manipulation bada soch samajh ke cheezan nu manipulate karde a of objects and activity similar to a matlab wo similar kide vargi si nakal kide vargi sigi aao dekhiye so kenda polar bears show deliberate matlab ਜਾਣਬੁੱਝ ਕੇ and focused manipulation ਇਹਦੇ ਨਾਲ ਹੀ ਲੈਣਾ ਦੇਣਾ ਸੀ ਲੇਕਿਨ ਆਪਾਂ ਨੂੰ ਲੈਣਾ ਮੈਚ ਕਿਹਦੇ ਨਾਲ ਕਰਦੀ ਸਿਮਿਲਰ ਕਿਹਦੇ ਨਾਲ ਦੀ ਸੀ aims observe bears putting objects in piles ਮਤਲਬ ਢੇਰ ਲਾ ਰਹੇ ਸੀਗੇ and then knocking them ਜਿਵੇਂ ਆਪਾਂ ਛੋਟੇ ਹੁੰਦੇ ਡਿਕਰੀਆਂ ਜਾਂ ਲਾ ਕੇ ਨਹੀਂ ਖੇਡਦੇ ਸੀ ਮੁੜ ਕੇ ਉਹਨਾਂ ਨੂੰ ਸਿੱਟ ਦੀਦਾ ਸੀਗਾ in what appeared to be a game ਉਹੀ ਗੱਲ ਹੀ ਕਰਤੀ ਉਹਨੇ ਕਹਿੰਦਾ ਦੇਖਣ ਨੂੰ ਇਹ ਲੱਗਦਾ ਜਿਵੇਂ ਗੇਮ ਜੀ ਖੇਡਦੇ ਹੋਣ ਡਿਕਰੀਆਂ ਜਾਂ ਲਾ ਕੇ ਉਹਨਾਂ ਨੂੰ ਢਾਲਣਾ ਸੋ ਆਪਾਂ ਨੂੰ ਵਰਡ ਵੀ ਕੀ ਚਾਹੀਦਾ ਸੀਗਾ ਐਕਟੀਵਿਟੀ ਸਿਮਿਲਰ ਟੂ ਅ ਫਿਰ ਬਲੈਂਕ ਤੋਂ ਪਹਿਲਾਂ a either to be a game so correct answer is game so one word ਪਹਿਲੇ ਚਾਹੇ ਇੱਥੇ ਤਾਂ game ਵਰਗਾ ਸੌਖਾ ਵਰਡ ਆ ਜੇ ਔਖਾ ਵਰਡ ਵੀ ਹੋਵੇ ਜੇ ਨਾ ਵੀ ਸਮਝਦਾ ਹੋਵੇ ਲੱਗ ਰਿਹਾ ਹੋਵੇ ਸੌਰੀ ਤਾਂ ਅੱਖਾਂ ਬੰਦ ਕਰਕੇ ਆਨਸਰ ਲਗਾ ਦਿਆ ਕਰੋ ਕਰੈਕਟ ਆਪੇ ਹੋ ਜਾਂਦਾ now bears may also display emotions ਮਤਲਬ ਇਹਨਾਂ ਦੇ ਅੰਦਰ ਇਮੋਸ਼ਨਸ ਵੀ ਹੁੰਦੇ ਆ ਰੋਂਦੇ ਆ ਹੱਸਦੇ ਆ ਗਾਉਂਦੇ ਵੀ ਹੋਣਗੇ ਸ਼ਾਇਦ ਦੇਖਦੇ ਆ they may make movements suggesting dash if disappointed when hunting ਮਤਲਬ ਉਹ hunting ਕਰਨ ਜਾਣ ਤੇ hunt ਕੁਛ ਹੋਵੇ ਨਾ ਤੇ of course disappoint ਹੋ ਜਾਣਗੇ ਉਸ ਟਾਈਮ ਤੇ ਕਿੱਦਾਂ ਦੀ ਇਮੋਸ਼ਨ ਆ ਜਿਹੜੀ ਉਹ ਦਿਖਾਉਂਦੇ ਆ as for emotions ਫਿਰ ਅਗਲੀ ਲਾਈਨ ਤੋਂ ਇਹ ਗੱਲ ਸਾਡੀ ਸ਼ੁਰੂ ਹੋ ਗਈ while the evidence is once about anecdotal many bears have been seen to hit out at ice and snow ਖਿੱਚ ਕੇ ਮਤਲਬ ਜਿਵੇਂ ਕਿੱਕ ਮਾਰਨੀ ਆਈਸ ਐਵੇਂ ਸਨੋ ਉਡਾ ਦੇਣੀ ਮਤਲਬ ਖਿੱਚ ਦੇ ਵਿੱਚ ਆ ਕੇ ਉਹ ਇਹ ਕਰਦੇ ਆ ਸੋ ਇੱਥੇ suggesting frustration if disappointed when hunting ਲਾਸਟ ਕੁਐਸਚਨ ਸਾਡਾ 13th ਕੁਐਸਚਨ ਸੀਗਾ ਜਿਹਨੂੰ ਅਸੀਂ ਕਵਰ ਕੀਤਾ ਸੋ ਇਸ ਤਰੀਕੇ ਨਾਲ ਤੁਸੀਂ ਨੋਟਿਸ ਕੀਤਾ ਬਹੁਤ ਛੋਟੇ ਛੋਟੇ ਵਰਡਸ ਸਾਡੇ ਆਨਸਰਸ ਹੁੰਦੇ ਨੇ ਤੇ ਸਾਨੂੰ ਆਨਸਰਸ ਕਰੈਕਟ ਤਾਂ ਹੀ ਮਿਲਦੇ ਨੇ ਜੇ ਸਾਡੇ ਮਾਈਂਡ ਵਿੱਚ ਬਹੁਤ ਕਲੈਰਿਟੀ ਆ ਕਿ ਅਸੀਂ ਲੱਭਣਾ ਕੀ ਆ ਜਦੋਂ ਤੁਹਾਨੂੰ ਕਲੈਰਿਟੀ ਹੋਏਗੀ ਤੁਹਾਨੂੰ ਕਰੈਕਟ ਆਨਸਰ ਆਪਣੇ ਆਪ ਹੀ ਪਤਾ ਲੱਗ ਜਾਏਗਾ ਤੇ ਤੁਹਾਡੇ ਬਲੈਂਕਸ ਦੇ ਵਿੱਚ ਐਕਿਊਰੇਸੀ ਟਰੂ ਫਾਲਸ ਨਾਟ ਗਿਵਨ ਵਾਂਗ ਬਹੁਤ ਛੇਤੀ ਤੇ ਬਹੁਤ ਜ਼ਿਆਦਾ ਆਉਂਦੀ ਹੈ ਕਿ ਤੁਹਾਡੀ ਵੀ ਆਇਲਸ ਰੀਡਿੰਗ ਇੱਕ ਬਹੁਤ ਵੱਡੀ ਪਰੇਸ਼ਾਨੀ ਆ ਤਾਂ ਕਿਉਂ ਨਾ ਆਪਾਂ ਇਸ ਪਰੇਸ਼ਾਨੀ ਨੂੰ ਦੂਰ ਕਰੀਏ ਕਦੋਂ ਤੱਕ 5.5 ਲੈਂਦੇ ਰਵਾਂਗੇ ਤੇ 6 ਦੇ ਟਾਰਗੇਟ ਦਾ ਸੁਪਨਾ ਰੱਖਾਂਗੇ ਆਓ ਸੁਪਨਾ ਹੀ ਵੱਡਾ ਕਰ ਲਈਏ 6.5 7 ਦਾ ਘਟੋ ਘੱਟ ਵੀ ਤੇ ਉਹਨੂੰ ਪੂਰਾ ਵੀ ਕਰੀਏ ਤੇ ਉਹ ਪੂਰਾ ਹੋਊਗਾ ਮੇਰੇ ਨਾਲ ਰਮਨ ਆਇਲਸ ਕੋਚਿੰਗ ਮੇਰਾ ਚੈਨਲ ਤੁਸੀਂ ਬਹੁਤ ਦੇਰ ਤੋਂ ਫੋਲੋ ਕਰ ਰਹੇ ਹੋ ਤੁਹਾਡੇ ਲਈ ਇਹ ਪੰਜਾਬੀ ਚੈਨਲ ਆਪਾਂ ਨਵਾਂ ਸ਼ੁਰੂ ਕੀਤਾ ਲੇਕਿਨ ਜਿਵੇਂ ਕਿ ਤੁਹਾਨੂੰ ਪਤਾ ਕਿ ਮੇਰੀ ਐਪਲੀਕੇਸ਼ਨ ਵੀ ਹੈ ਆਇਲਸ ਕੋਚਿੰਗ ਜਿਹਦੇ ਉੱਪਰ ਅਸੀਂ ਬਹੁਤ ਸਾਰੇ पेड कोर्सेज भी रन करते हैं उत्थे जे तुसी मेरा एक सिर्फ यह आयल्स रीडिंग बैंड 9 सक्सेस प्रोग्राम चेक करोगे तो तुहानू मज़ा ही आ जाएगा तुहानू इदा रीडिंग कदे किसी ने नहीं कराई तुहानू अपने आप ही समझ आ जाएगी ओनली 999 इस प्रोग्राम नू असी इन्ना क कॉस्ट फ्रेंडली बनाया कि स्टूडेंट्स नू 2 बार सोचना ना पवे लैण तो पहले तुसी एंड्रॉयड यूजर हो तो आयल्स कोचिंग एप्लीकेशन हुणे डाउनलोड करो एप्पल फोन रख दो पंजाबी बड़े सारे एप्पल फोन दे दीवाने ने डाउनलोड
ਡਾਊਨਲੋਡ ਕਰ ਲਿਓ ਮਾਈ ਇੰਸਟੀਚਿਊਟ ਤੇ। ਇੱਕ ਕੋਡ ਤੁਹਾਨੂੰ ਜਿਹੜਾ ਐਂਟਰ ਕਰਨਾ ਉਹ ਰਹੇਗਾ IELTS ਤੇ ਇਸ ਤੋਂ ਬਾਅਦ ਤੁਹਾਨੂੰ ਮੇਰੇ ਕਈ ਸਾਰੇ ਪੇਡ ਪ੍ਰੋਗਰਾਮਸ ਨਜ਼ਰ ਆਣਗੇ, ਉਹਨਾਂ ਵਿੱਚੋਂ ਤੁਹਾਨੂੰ ਇਹ ਪ੍ਰੋਗਰਾਮ ਜਿਹੜਾ ਬਾਏ ਕਰ ਲੈਣਾ। ਡੇਜ਼ ਦੇ ਕੰਟੈਂਟਸ ਕੁਝ ਅਸੀਂ ਤੁਹਾਡੇ ਲਈ ਫ੍ਰੀ ਰੱਖੇ ਨੇ, ਇੱਕ ਵਾਰੀ ਇਹਨਾਂ ਨੂੰ ਜ਼ਰੂਰ ਚੈੱਕ ਕਰਿਓ। ਅਪਡੇਟਸ, ਲੇਟੈਸਟ ਅਪਡੇਟਸ ਇਹਨਾਂ ਦੇ ਵਿੱਚ ਫ੍ਰੀ ਆਫ ਕਾਸਟ ਆਉਂਦੀਆਂ ਰਹਿੰਦੀਆਂ ਨੇ। ਹੁਣ ਅਸੀਂ ਇਹਨੂੰ ਟੋਟਲੀ ਚੇਂਜ ਕਰਨ ਜਾ ਰਹੇ ਹਾਂ ਤੇ ਬਿਲਕੁਲ ਲੇਟੈਸਟ ਐਗਜ਼ਾਮ ਕੰਟੈਂਟ ਹੈ ਜਿਹੜਾ ਹੋਰ ਵੀ ਜ਼ਿਆਦਾ ਇਹਦੇ ਵਿੱਚ ਪਾਵਾਂਗੇ ਤੇ ਇਹਦਾ ਕੋਈ ਐਕਸਟਰਾ ਚਾਰਜ ਨਹੀਂ ਰਹੇਗਾ। ਇੱਕ ਵਾਰ ਇਸ ਪ੍ਰੋਗਰਾਮ ਨੂੰ ਤੁਸੀਂ ਐਪ ਡਾਊਨਲੋਡ ਕਰਕੇ ਚੈੱਕ ਜ਼ਰੂਰ ਕਰੋ। ਨੈਕਸਟ ਸਾਡਾ ਰੀਡਿੰਗ ਪੈਸੇਜ ਦ ਸਟੈਪ pyramid of Djoser। ਇਹਦੇ ਵਿੱਚ ਸਟੈਪ ਪੈਰਾਮਿਡ, ਸਟੈਪ ਸਮਝਦੇ ਹਾਂ ਅਸੀਂ ਪੌੜੀਆਂ ਬਣੀਆਂ ਹੋਣੀਆਂ, ਪੈਰਾਮਿਡ ਦੀ ਗੱਲ ਹੋ ਰਹੀ ਆ। ਸਭ ਤੋਂ ਪਹਿਲਾ ਬਲੈਂਕ ਜਿਹਨੂੰ ਅਸੀਂ ਅੱਜ ਡਿਸਕਸ ਕਰਨ ਜਾ ਰਹੇ ਹਾਂ ਉਹ ਕਹਿੰਦਾ ਕੰਪਲੈਕਸ that includes the step pyramid and its surrounding is considered to be as big as Egyptian dash of the past। ਮਤਲਬ ਇਹ ਜਿੱਥੇ ਸਟੈਪ ਆਗਾ ਕੰਪਲੈਕਸ ਹੈ ਨਾ ਜਿਹੜਾ, ਉਹ ਕਹਿੰਦਾ ਦੇਖਣ ਨੂੰ ਇਹ ਇੰਨਾ ਵੱਡਾ ਨਾ ਜਿਹੜੀ ਪੁਰਾਣੇ ਜ਼ਮਾਨੇ ਦੇ ਵਿੱਚ ਇਜਿਪਸ਼ੀਅਨ ਕੋਈ ਡੈਸ਼ ਚੀਜ਼ ਹੁੰਦੀ ਸੀ। ਆਓ ਦੇਖਦੇ ਹਾਂ ਕਿੰਨਾ ਕੁ ਵੱਡਾ, ਕਿ ਸਾਨੂੰ ਪਤਾ ਲੱਗ ਜਾਏ ਕਿ ਇਜਿਪਸ਼ੀਅਨ ਕਿਹੜੀ ਚੀਜ਼ ਇੰਨੀ ਪੁਰਾਣੀ ਜਿਹੜੀ ਹੁੰਦੀ ਸੀ। ਕੰਪਲੈਕਸ ਦੀ ਗੱਲ ਆ ਸਾਨੂੰ ਮਿਲ ਗਿਆ। ਕਹਿੰਦਾ the complex in which it was built was the size of a city in ancient Egypt। ਸਾਨੂੰ ਸਾਰੇ ਕੀਵਰਡਸ ਮਿਲ ਗਏ। ਸਾਨੂੰ ਨਾਲੇ ਇਹ ਵੀ ਮਿਲ ਗਿਆ ਕਿ ਇਜਿਪਸ਼ੀਅਨ ਪਾਸਟ ਦਾ ਕਿਹੜਾ ਕੰਮ ਹੁੰਦਾ ਸੀ ਜੋ ਇਹਦੇ ਸਾਈਜ਼ ਦੇ ਬਰਾਬਰ ਸੀਗਾ। ਉਹ ਕਹਿੰਦਾ ਕੰਪਲੈਕਸ ਇੰਨਾ ਵੱਡਾ ਜਿਵੇਂ ਪੁਰਾਣੀ ਕੋਈ ਇਜਿਪਟ ਦੀ ਸਿਟੀ ਹੋਵੇ। ਸੋ ਸਾਡਾ ਕਰੈਕਟ ਆਨਸਰ ਆ ਇੱਥੇ ਸਿਟੀ। Next question ਦਾ ਕਹਿੰਦਾ area outside the pyramid included accommodation that was occupied by dash along with many other buildings and features। ਕਹਿੰਦਾ ਇਸ pyramid ਦੇ ਬਾਹਰ accommodation ਸੀ ਜਿਹਦੇ ਵਿੱਚ ਕੋਈ ਰਹਿੰਦਾ ਸੀ, ਉਹਨਾਂ ਨੇ ਉਹ ਆਕਿਊਪਾਈ ਕੀਤੀ ਹੋਈ ਸੀ। ਅਕੋਮੋਡੇਸ਼ਨ ਦੇ ਨਾਲ ਹੋਰ ਵੀ ਕਈ ਚੀਜ਼ਾਂ ਸੀ ਜਿਹੜੀਆਂ ਉਹਨਾਂ ਨੇ ਆਕਿਊਪਾਈ ਕੀਤੀਆਂ ਸੀ। ਸਾਨੂੰ ਲੈਣਾ ਦੇਣਾ ਉਹ ਕੌਣ ਸੀਗੇ, ਉਹ ਕੌਣ ਸੀ ਜਿਹੜੇ ਇਸ ਪੈਰਾਮਿਡ ਦੇ ਆਸ-ਪਾਸ ਜਿਹੜੀ ਅਕੋਮੋਡੇਸ਼ਨ ਆ ਉੱਥੇ ਉਹ ਰਹਿੰਦੇ ਸੀਗੇ। ਸੋ ਅੱਗੇ ਆਨਸਰ ਆਉਣਾ ਚਾਹੀਦਾ, ਅੱਗੋਂ ਦੇਖ ਲੈਂਦੇ ਹਾਂ ਆਪਾਂ। ਕਹਿੰਦਾ ਇਨਕਲੂਡਡ, ਸਾਡਾ ਇਨਕਲੂਡਡ ਵਰਡ ਆ ਗਿਆ, ਟੈਂਪਲ ਆ ਗਿਆ, ਕੋਰਟਯਾਰਡਸ ਆ ਗਿਆ, ਸ਼ਰਾਈਨ ਆ ਗਿਆ, ਲਿਵਿੰਗ ਕੁਆਰਟਰਸ ਆ ਗਿਆ। ਉਧਰ ਅਕੋਮੋਡੇਸ਼ਨ ਸੀ ਫॉर द ਪ੍ਰੀਸਟਸ। ਪ੍ਰੀਸਟ ਕੌਣ ਹੁੰਦੇ ਆ? ਜਿਹੜੇ ਗੁਰਦੁਆਰਿਆਂ ਮੰਦਿਰਾਂ ਦੇ ਅੰਦਰ ਭਜਨ ਕੀਰਤਨ ਆਪਣਾ ਬਚਨ ਕਰਨ ਪ੍ਰਵਚਨ ਵਗੈਰਾ ਕਰਨ ਵਾਲੇ ਹੁੰਦੇ ਨੇ, ਉਹਨਾਂ ਨੂੰ ਪ੍ਰੀਸਟਸ ਬੋਲਦੇ ਆ। ਤੇ ਇਹੀ ਉਹਨੇ ਪੁੱਛਿਆ ਸੀਗਾ ਵੀ ਉਹ ਆਕਿਊਪਾਈ ਕਿੰਨੇ ਕੀਤੇ ਹੁੰਦੇ ਸੀਗੇ। ਪ੍ਰੀਸਟ ਇਜ਼ ਦੀ ਕਰੈਕਟ ਆਨਸਰ। ਕਹਿੰਦਾ ਇੱਕ ਵਾਲ ਰਨ ਅਰਾਊਂਡ ਦੀ ਆਊਟਸਾਈਡ ਆਫ ਕੰਪਲੈਕਸ, ਇੱਕ ਕੰਧ ਨਿਕਲਦੀ ਸੀ ਬਾਹਰਲੇ ਪਾਸਿਓਂ। ਐਂਡ ਨੰਬਰ ਆਫ ਫਾਲਸ ਐਂਟਰੈਂਸਿਸ, ਫਾਲਸ ਸਮਝਦੇ ਹੋ ਮਤਲਬ ਵੇਖਣ ਨੂੰ ਲੱਗੇ ਦਰਵਾਜ਼ਾ ਖੋਲੋ ਤੇ ਮੂੰਹ ਤੁਹਾਡਾ ਕੰਧ 'ਚ ਵੱਜੇ ਤੇ ਨੱਕ ਫਟ ਜੇ। ਸੋ ਇਹ ਪੁਰਾਣੇ ਜ਼ਮਾਨੇ ਦੇ ਉਹਨਾਂ ਦੇ ਤਰੀਕੇ ਹੁੰਦੇ ਸੀ ਆਪਣੇ ਆਪ ਤੋਂ ਐਨੀਮੀਜ਼ ਨੂੰ ਬਚਾਉਣ ਦੇ। ਕਹਿੰਦਾ ਕਈ ਸਾਰੇ ਫਾਲਸ ਐਂਟਰੈਂਸ ਹੁੰਦੇ ਸੀਗੇ। ਇਨ ਐਡੀਸ਼ਨ ਅ ਲੌਂਗ ਡੈਸ਼ ਐਨਸਰਕਲਡ ਏ ਵਾਲ। ਐਨਸਰਕਲ ਹੁੰਦਾ ਪ੍ਰੋਪਰ ਸਰਕਲ ਦੇ ਵਿੱਚ ਗੇੜਾ ਕੱਢ ਦੇਣਾ, ਤੇ ਇਸ ਵਾਲ ਦੇ ਨਾਲ ਕਹਿੰਦਾ ਸਰਕਲ ਦੇ ਵਿੱਚ ਕੋਈ ਚੀਜ਼ ਵੀ ਸੀਗੀ। ਸੋ ਇਧਰ ਲਿਖਿਆ ਹੈ The wall had 13 false doors, मतलब false entrance ਦੀ ਗੱਲ ਆ ਗਈ। Cut into with only one true entrance cut into the southeast corner, ਇੱਕ ਹੀ ਸਹੀ ਰਸਤਾ ਸੀਗਾ ਉਹਦੇ ਵਿੱਚ। The entire wall was then ringed by a trench 750 meter long। ਤੁਹਾਡੇ ਵਿੱਚੋਂ ਰੀਅਲ ਦੇ ਵਿੱਚ ਕਿਸੇ ਨੇ ਅਗਰ ਸਟੇਡੀਅਮ 'ਚ ਮੈਚ ਦੇਖਿਆ ਹੋਵੇ ਤਾਂ ਤੁਸੀਂ ਦੇਖਿਆ ਹੋਣਾ ਗ੍ਰਾਸ ਲੱਗੀ ਹੁੰਦੀ ਆ, ਪਿੱਛੇ ਸਪੈਕਟੇਟਰਸ ਦੀਆਂ ਪੰਕਤੀਆਂ ਜਿਹੜੀਆਂ ਬਣੀਆਂ ਹੁੰਦੀਆਂ ਬੈਠਣ ਵਾਸਤੇ, ਇਨ ਬਿਟਵੀਨ ਇਦਾਂ ਉਹਨਾਂ ਨੇ ਵੀ ਇੱਕ ਟ੍ਰੈਂਚ ਮਤਲਬ ਖਾਈ ਜੀ ਬਣਾਈ ਹੁੰਦੀ ਆ। ਉਹਨੂੰ ਜਿਹੜਾ ਹੈਗਾ ਇਸ ਕਰਕੇ ਬਣਾਇਆ ਹੁੰਦਾ ਤਾਂ ਕਿ ਐਂਟਰ ਨਾ ਕਰ ਜੇ ਕੋਈ। ਉਹ ਗਹਿਰੀ ਹੁੰਦੀ ਆ, ਫਿਰ ਜਿਹੜਾ ਆਡੀਅנס ਹੁੰਦਾ ਉਹ ਡਰਦਾ ਇੱਧਰਲੇ ਪਾਸੇ ਜੰਪ ਨਹੀਂ ਕਰਦਾ। ਨਹੀਂ ਤਾਂ ਪੁਰਾਣੇ ਜ਼ਮਾਨੇ 'ਚ ਮੈਚ ਚੱਲਦਾ ਹੁੰਦਾ ਸੀ ਤੇ ਇੱਕੋ ਦਮ ਹੀ ਵਿੱਚ ਭੱਜ ਕੇ ਆ ਕੇ ਗੇਮ ਨੂੰ ਖਰਾਬ ਕਰ ਦਿੰਦੇ ਹੁੰਦੇ ਸੀ ਆਡੀਅנס। ਬਟ ਇੱਥੇ ਥੋੜਾ ਜਿਹਾ ਸੇਫਟੀ ਵਾਈਜ਼ ਆ, ਉਸ ਟ੍ਰੈਂਚ ਨੂੰ ਜ਼ਿਆਦਾਤਰ ਪਾਣੀ ਨਾਲ ਭਰ ਦਿੰਦੇ ਆ। ਬਾਹੂਬਲੀ 'ਚ ਵੀ ਤੁਸੀਂ ਇੱਕ ਦੀ ਮੂਵੀ 'ਚ ਇਦਾਂ ਦੇਖਿਆ ਹੋਣਾ, ਤਾਂ ਕਿ ਬਾਹਰੋਂ ਜਿਹੜਾ ਇਨਵੇਡਰ ਆਇਆ ਜੇ ਅਟੈਕ ਕਰੇ ਤਾਂ ਉਹਨੂੰ ਪਹਿਲਾਂ ਉਹਦੇ ਨਾਲ ਡੀਲ ਕਰਨਾ ਪਵੇ। ਸੋ ਵਾਲ ਦੇ ਨਾਲ ਕੀ ਸੀਗਾ, ਇੱਕ ਟ੍ਰੈਂਚ ਸੀਗਾ। ਦੈਟ ਇਜ਼ ਅਵਰ ਆਨਸਰ।
As a result ਕੀ ਹੋਇਆ, any visitors who had been invited were clearly prevented from entering the pyramid ground unless they knew the dash of the real entrance। ਹੁਣ real entrance ਦਾ ਕੀ ਉਹਨੂੰ ਪਤਾ ਹੋਣਾ ਚਾਹੀਦਾ। ਆਪਾਂ ਦੇਖਿਆ ਉਹ ਕਹਿੰਦਾ ਵੀ 16 ਕਿ ਕਿੰਨੀਆਂ ਸੀਗੀਆਂ, 16 ਨਕਲੀ ਸੀ 21 ਅਸਲੀ ਸੀ, ਉਹਦਾ ਕੀ ਪਤਾ ਹੋਣਾ ਚਾਹੀਦਾ। ਦੇਖ ਲੈਂਦੇ ਆ। The false door and the trench were incorporated in the complex to discourage unwanted visitor, ਕਿ ਇਦਾਂ ਦਾ ਕੋਈ ਨਾ ਆ ਜੇ। If someone wished to enter, ਜੇ ਕੋਈ ਆਉਣਾ ਚਾਹੁੰਦਾ, he or she would have needed to know in advance how to find the location of true opening of the wall। ਮਤਲਬ ਉਹਨੂੰ ਪਤਾ ਹੋਣਾ ਚਾਹੀਦਾ ਸੀਗਾ ਵੀ ਇਹਦੀ ਅਸਲ ਦੇ ਵਿੱਚ ਓਪਨਿੰਗ ਹੈ ਕਿੱਥੇ, ਮਤਲਬ ਇਹਦੀ ਟਰੂ ਐਂਟਰੈਂਸ ਆ ਜਿਹੜੀ ਉਹ ਕਿੱਥੇ ਆ। ਸੋ ਆਪਾਂ ਨੂੰ ਆਨਸਰ ਕੀ ਮਿਲ ਗਿਆ, knew the location of the entrance, and that is our correct answer। ਈਜ਼ੀ ਹੈ ਨਹੀਂ, ਐਦਾਂ ਹੀ ਚੱਲਦੇ ਰਹੋ ਮੇਰੇ ਨਾਲ ਤੇ ਇੱਕ ਇੱਕ ਕਰਕੇ ਆਪਾਂ ਸਾਰੀਆਂ ਰੀਡਿੰਗਸ ਕਰ ਦੇਣੀਆਂ ਨੇ ਖਤਮ, ਤੇ ਉਸ ਤੋਂ ਬਾਅਦ ਐਗਜ਼ਾਮ ਦੇਣ ਲਈ ਤੁਸੀਂ ਰੈਡੀ ਹੋ ਤੇ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆਉਣ ਲੱਗੇ। ਕਿ ਤੁਹਾਡੀ ਵੀ ਆਇਲਸ ਰੀਡਿੰਗ ਇੱਕ ਬਹੁਤ ਵੱਡੀ ਪਰੇਸ਼ਾਨੀ ਆ, ਤਾਂ ਕਿਉਂ ਨਾ ਆਪਾਂ ਇਸ ਪਰੇਸ਼ਾਨੀ ਨੂੰ ਦੂਰ ਕਰੀਏ। ਕਦੋਂ ਤੱਕ 5.5 ਲੈਂਦੇ ਰਵਾਂਗੇ ਤੇ 6 ਦੇ ਟਾਰਗੇਟ ਦਾ ਸੁਪਨਾ ਰੱਖਾਂਗੇ। ਆਓ ਸੁਪਨਾ ਹੀ ਵੱਡਾ ਕਰ ਲਈਏ, 6.5 7 ਦਾ ਘੱਟੋ ਘੱਟ ਵੀ, ਤੇ ਉਹਨੂੰ ਪੂਰਾ ਵੀ ਕਰੀਏ, ਤੇ ਉਹ ਪੂਰਾ ਹੋਊਗਾ ਮੇਰੇ ਨਾਲ। ਰਮਨ ਆਇਲਸ ਕੋਚਿੰਗ ਮੇਰਾ ਚੈਨਲ ਤੁਸੀਂ ਬਹੁਤ ਦੇਰ ਤੋਂ ਫੋਲੋ ਕਰ ਰਹੇ ਹੋ। ਤੁਹਾਡੇ ਲਈ ਇਹ ਪੰਜਾਬੀ ਚੈਨਲ ਆਪਾਂ ਨਵਾਂ ਸ਼ੁਰੂ ਕੀਤਾ, ਲੇਕਿਨ ਜਿਵੇਂ ਕਿ ਤੁਹਾਨੂੰ ਪਤਾ ਕਿ ਮੇਰੀ ਐਪਲੀਕੇਸ਼ਨ ਵੀ ਹੈ ਆਇਲਸ ਕੋਚਿੰਗ, ਜਿਹਦੇ ਉੱਪਰ ਅਸੀਂ ਬਹੁਤ ਸਾਰੇ ਪੇਡ ਕੋਰਸਿਸ ਵੀ ਰਨ ਕਰਦੇ ਆ। ਉੱਥੇ ਜੇ ਤੁਸੀਂ ਮੇਰਾ ਇੱਕ ਸਿਰਫ ਇਹ ਆਇਲਸ ਰੀਡਿੰਗ ਬੈਂਡ 9 ਸਕਸੈਸ ਪ੍ਰੋਗਰਾਮ ਚੈੱਕ ਕਰੋਗੇ ਤਾਂ ਤੁਹਾਨੂੰ ਮਜ਼ਾ ਹੀ ਆ ਜਾਏਗਾ। ਤੁਹਾਨੂੰ ਇਦਾਂ ਰੀਡਿੰਗ ਕਦੇ ਕਿਸੇ ਨੇ ਨਹੀਂ ਕਰਾਈ, ਤੁਹਾਨੂੰ ਆਪਣੇ ਆਪ ਹੀ ਸਮਝ ਆ ਜਾਏਗੀ। ਓਨਲੀ 999 ਇਸ ਪ੍ਰੋਗਰਾਮ ਨੂੰ ਅਸੀਂ ਇੰਨਾ ਕੁ ਕਾਸਟ ਫ੍ਰੈਂਡਲੀ ਬਣਾਇਆ ਕਿ ਸਟੂਡੈਂਟਸ ਨੂੰ 2 ਵਾਰ ਸੋਚਣਾ ਨਾ ਪਵੇ ਲੈਣ ਤੋਂ ਪਹਿਲੇ। ਤੁਸੀਂ ਐਂਡਰੋਇਡ ਯੂਜ਼ਰ ਹੋ ਤਾਂ ਆਇਲਸ ਕੋਚਿੰਗ ਐਪਲੀਕੇਸ਼ਨ ਹੁਣੇ ਡਾਊਨਲੋਡ ਕਰੋ। ਐਪਲ ਫੋਨ ਰੱਖਦੇ ਹੋ, ਪੰਜਾਬੀਓ ਬੜੇ ਸਾਰੇ ਐਪਲ ਫੋਨ ਦੇ دیਵਾਨੇ ਨੇ, ਡਾਊਨਲੋਡ ਕਰ ਲਿਓ ਮਾਈ ਇੰਸਟੀਚਿਊਟ ਤੇ ਇੱਕ ਕੋਡ ਤੁਹਾਨੂੰ ਜਿਹੜਾ ਐਂਟਰ ਕਰਨਾ ਉਹ ਰਹੇਗਾ IELTS, ਤੇ ਇਸ ਤੋਂ ਬਾਅਦ ਤੁਹਾਨੂੰ ਮੇਰੇ ਕਈ ਸਾਰੇ ਪੇਡ ਪ੍ਰੋਗਰਾਮਸ ਨਜ਼ਰ ਆਣਗੇ। ਉਹਨਾਂ ਵਿੱਚੋਂ ਤੁਹਾਨੂੰ ਇਹ ਪ੍ਰੋਗਰਾਮ ਜਿਹੜਾ ਬਾਏ ਕਰ ਲੈਣਾ। ਡੇਜ਼ ਦੇ ਕੰਟੈਂਟਸ ਕੁਝ ਅਸੀਂ ਤੁਹਾਡੇ ਲਈ ਫ੍ਰੀ ਰੱਖੇ ਨੇ, ਇੱਕ ਵਾਰੀ ਇਹਨਾਂ ਨੂੰ ਜ਼ਰੂਰ ਚੈੱਕ ਕਰਿਓ। ਅਪਡੇਟਸ, ਲੇਟੈਸਟ ਅਪਡੇਟਸ ਇਹਨਾਂ ਦੇ ਵਿੱਚ ਫ੍ਰੀ ਆਫ ਕਾਸਟ ਆਉਂਦੀਆਂ ਰਹਿੰਦੀਆਂ ਨੇ। ਹੁਣ ਅਸੀਂ ਇਹਨੂੰ ਟੋਟਲੀ ਚੇਂਜ ਕਰਨ ਜਾ ਰਹੇ ਹਾਂ ਤੇ ਬਿਲਕੁਲ ਲੇਟੈਸਟ ਐਗਜ਼ਾਮ ਕੰਟੈਂਟ ਹੈ ਜਿਹੜਾ ਹੋਰ ਵੀ ਜ਼ਿਆਦਾ ਇਹਦੇ ਵਿੱਚ ਪਾਵਾਂਗੇ, ਤੇ ਇਹਦਾ ਕੋਈ ਐਕਸਟਰਾ ਚਾਰਜ ਨਹੀਂ ਰਹੇਗਾ। ਇੱਕ ਵਾਰ ਇਸ ਪ੍ਰੋਗਰਾਮ ਨੂੰ ਤੁਸੀਂ ਐਪ ਡਾਊਨਲੋਡ ਕਰਕੇ ਚੈੱਕ ਜ਼ਰੂਰ ਕਰੋ। ਨਵਾਂ ਸਾਡਾ ਟੈਕਸਟ ਹੈ ਜੀ ਦ ਵਾਈਟ ਹਾਰਸ ਆਫ ਯੂਫਿੰਗਟਨ, ਜਿਹਦੇ ਪਹਿਲੀ ਬਲੈਂਕ ਨੂੰ ਮੈਂ ਤੁਹਾਡੇ ਨਾਲ ਡਿਸਕਸ ਕਰਨ ਲੱਗਾ। ਕਹਿੰਦਾ ਲੋਕੇਸ਼ਨ ਆਫ ਦ ਯੂਫਿੰਗਟਨ ਵਾਈਟ ਹਾਰਸ। ਲੋਕੇਸ਼ਨ ਦੀ ਗੱਲ ਆ ਗਈ, ਉੱਪਰ ਬੋਲਡ ਕਰਕੇ ਜਿਹੜੀ ਇਨਫੋਰਮੇਸ਼ਨ ਦਿੱਤੀ ਹੈ ਸਾਨੂੰ ਕੀਵਰਡਸ ਜਾਂ ਲੋਕੇਸ਼ਨ ਤੇ ਜਾਣ ਦੇ ਵਿੱਚ ਬਹੁਤ ਹੈਲਪ ਕਰ ਦਿੰਦੀ ਆ। ਪਹਿਲਾਂ ਉਹਨੇ 2.5 ਵੀ ਕਹਿਤਾ, ਵਿਲੇਜ ਆ ਡਿਸਟੈਂਸ ਹੈ ਇਹਦਾ। ਕਹਿੰਦਾ ਨੀਅਰ ਐਨ ਐਂਸ਼ੀਐਂਟ ਰੋਡ ਨੋਨ ਐਜ਼ ਦ ਡੈਸ਼, ਮਤਲਬ ਇਹ ਰੋਡ ਨੂੰ ਕੀ ਕਹਿੰਦੇ ਆ। ਆਪਾਂ 2.5 ਨੂੰ ਸਟਰੋਂਗ ਕੀਵਰਡ ਮੰਨ ਕੇ ਚੱਲਦੇ ਆ, ਦੇਖਦੇ ਆ ਇਹਦੇ ਨੇੜੇ ਤੇੜੇ ਸਾਨੂੰ ਕੀ ਮਿਲਦਾ। ਆ ਲੱਭ ਗਿਆ ਜੀ ਸਿਚੁਏਟਡ 2.5, ਤੇ ਸਾਨੂੰ ਜਿਹੜਾ ਆਨਸਰ ਚਾਹੀਦਾ ਉਹ ਅੱਗੇ ਦੇਖ ਲੈਂਦੇ ਆਪਾਂ। ਫਿੰਗਟਨ ਵਿਲੇਜ ਔਨ ਅ ਸਟੀਪ ਸਲੋਪ ਕਲੋਜ਼ ਟੂ ਦਾ ਲੇਟ ਬ੍ਰੋਂਜ਼ ਏਜ ਹਿਲ ਫੋਰਟ ਉੱਥੇ ਹੈਗਾ ਯੂਫਿੰਗਟਨ ਕੈਸਲ ਦਾ, ਐਂਡ ਬਿਲੋ ਦ ਰਿਜਵੇ ਅ ਲੌਂਗ ਡਿਸਟੈਂਸ ਨਿਓਲਿਥਿਕ ਟਰੈਕ। ਨਿਓਲਿਥਿਕ ਵੀ ਇੱਕ ਟਾਈਮ ਪੀਰੀਅਡ ਸੀਗਾ, ਟਰੈਕ ਮਤਲਬ ਰਸਤਾ ਹੋ ਗਿਆ, ਉਹਦੇ ਲਈ ਉਹਨੇ ਕੀਵਰਡ ਯੂਜ਼ ਕੀਤਾ ਬਿਲੋ ਦਾ ਰਿਜਵੇ। ਇੱਧਰ ਉਹਨੇ ਕੀ ਕਿਹਾ ਸੀਗਾ ਨੀਅਰ ਐਨ ਐਂਸ਼ੀਐਂਟ ਰੋਡ, ਐਂਸ਼ੀਐਂਟ ਰੋਡ ਦੀ ਬਜਾਏ ਉਹਨੇ ਨਿਓਲਿਥਿਕ ਟਰੈਕ ਵਰਡ ਯੂਜ਼ ਕਰ ਲਿਆ। ਸੋ ਸਾਡਾ ਆਨਸਰ ਕੀ ਬਣ ਗਿਆ ਰਿਜਵੇ। ਅਗਲਾ ਕੁਐਸਚਨ ਕਹਿੰਦਾ ਡੇਟਿੰਗ ਦੀ ਗੱਲ ਹੋ ਰਹੀ ਹੈ ਵਾਈਟ ਹਾਰਸ ਦੀ। ਕਹਿੰਦਾ ਫਰਸਟ ਰੈਫਰੈਂਸ ਨਾ ਜਿਹੜੀ ਵਾਈਟ ਹਾਰਸ ਦੀ ਅਪੀਅਰਸ ਇਨ ਡੈਸ਼ ਫਰੋਮ ਦਾ 1070। ਹੁਣ ਜਿਵੇਂ 2023 ਚੱਲ ਪਿਆ ਹਨਾ, ਜਦੋਂ 1000 ਸਾਲ ਚੱਲ ਰਹੇ ਸੀ, 1070ਵਾਂ ਸਾਲ ਸੀ, ਉਦੋਂ ਦੀ ਗੱਲ ਆ। ਉਹ ਦੇਖਦੇ ਆ ਕਿ ਇਹਦੀ ਰੈਫਰੈਂਸ ਕਾਹਦੇ ਵਿੱਚ ਮਿਲੀ ਆ। ਸਟਰੋਂਗ ਕੀਵਰਡ 1070 ਆਪਣੇ ਕੋਲ, ਉਹ ਜਿਹੜਾ ਅਗਲੇ ਪੈਰਾਗ੍ਰਾਫ ਦੇ ਵਿੱਚ ਪਿਆ ਵਾਈਟ ਹਾਰਸ ਹਿਲਸ ਇਜ਼ mentioned in documents from the nearby AB of Abingdon। so ਕਾਦੇ ਵਿੱਚ ਸੀ ਰੈਫਰੈਂਸ, ਇੱਧਰ ਲਿਖਿਆ appears in, ਇੱਧਰ ਉਹ ਕਹਿੰਦਾ mentioned in, correct answer is documents। ਅਗਲਾ ਕੁਐਸਚਨ ਕਹਿੰਦਾ ਹਾਰਸ ਫਿਰ 100 ਤੋਂ ਇੱਕ BCE ਪੀਰੀਅਡ ਆ ਗਿਆ, ਪੜਨ ਦੀ ਲੋੜ ਨਹੀਂ ਹੈ। ਕਹਿੰਦਾ ਅਕੋਰਡਿੰਗ ਟੂ ਅਨਾਲਿਸਿਸ ਆਫ ਦ ਸਰਾਊਂਡਿੰਗ ਡੈਸ਼ horse is late bronze age early iron age।
ਬ੍ਰੋਂਜ਼ ਏਜ ਸੀ, ਆਇਰਨ ਏਜ ਸੀ, ਸਟੋਨ ਏਜ ਸੀ, ਤੁਹਾਨੂੰ ਸਾਰਿਆਂ ਨੂੰ ਪਤਾ। ਲੇਕਿਨ ਉਹ ਕਹਿੰਦਾ ਇੱਥੋਂ ਦੀ ਕਿਸੇ ਚੀਜ਼ ਦੀ ਐਨਾਲਿਸਿਸ ਕੀਤੀ ਗਈ ਜਿਹਦੇ ਤੋਂ ਇਹ ਪਤਾ ਲੱਗਾ ਵੀ ਜਿਹੜਾ ਹਾਰਸ ਆ ਉਹ ਲੇਟ ਬ੍ਰੋਂਜ਼ ਤੇ ਅਰਲੀ ਆਇਰਨ ਏਜ ਦਾ। ਆਓ ਇਹਦੇ ਨਾਲ ਰਿਲੇਟਡ ਇਨਫੋਰਮੇਸ਼ਨ ਦੇਖਦੇ ਆ ਕਿੱਥੇ ਹੈਗੀ ਆ। ਸੋ ਆਪਾਂ ਨੂੰ ਜਿਹੜਾ 1 BCE ਵਾਲੀ ਇਨਫੋਰਮੇਸ਼ਨ ਆ ਮਿਲ ਗਈ, ਤਾਂ ਅਗਲੀ ਲਾਈਨ ਦੇ ਵਿੱਚ ਆਨਸਰਸ ਲੱਭਣੇ ਚਾਹੀਦੇ ਨੇ। ਨਾਲੇ ਵੈਸੇ ਵੀ ਉਹਨੇ ਕੀ ਕਿਹਾ ਸੀਗਾ, ਇਹਨੂੰ ਕੀ ਕੀਤਾ, ਐਨਾਲਿਸਿਸ ਕੀਤਾ, ਦ ਟੈਸਟਿੰਗ ਆ ਗਿਆ। OSL testing was carried out by the Oxford Archaeological Unit। ਆਕਸਫੋਰਡ ਯੂਨੀਵਰਸਿਟੀ ਦਾ ਆਰਕੀਓਲੋਜੀਕਲ ਯੂਨਿਟ ਆ, ਆਰਕੀਓਲੋਜੀ ਮਤਲਬ ਉਹ ਡਿਪਾਰਟਮੈਂਟ ਜੋ ਇਹ ਪੁਰਾਣੀਆਂ ਚੀਜ਼ਾਂ ਦੀ ਐਕਸਕਾਵੇਸ਼ਨ ਖੁਦਾਈਆਂ ਵਗੈਰਾ ਕਰਕੇ ਪਤਾ ਕਰਦੇ ਨੇ। ਔਨ ਸੋਇਲ ਕਾਦੀ ਕੀਤੀ ਉਹਨਾਂ ਨੇ, ਸੋਇਲ ਦੀ ਕੀਤੀ। from two of the lower layers of a horse body ਦੇ ਜਿਹੜੇ ਉਹਨੇ ਪਤਾ ਕੀਤੇ ਤੇ ਉਹਨੇ ਫਿਰ ਡੇਟ ਦੇਤੀ। in other words ਨਾਲ ਇਹ ਕਹਿਤਾ ਵੀ late bronze age, early iron age, ਸਾਰਾ ਕੁਝ ਮੈਚ ਕਰ ਗਿਆ। ਇਹਦਾ ਮਤਲਬ ਐਨਾਲਿਸਿਸ ਕਾਹਦਾ ਕੀਤਾ ਉਹਨਾਂ ਨੇ ਸੋਇਲ ਦਾ ਐਨਾਲਿਸਿਸ ਕੀਤਾ। ਇਹੀ ਸਾਡਾ ਆਨਸਰ ਆ। ਫਿਰ ਆ ਗਿਆ ਪੋਸੀਬਲ ਰੀਜ਼ਨਸ ਕਿਉਂ ਬਣਾਇਆ ਗਿਆ। ਇੱਕ ਉਹਨੇ ਕਹਿਤਾ ਐਮਬਲਮ, ਉਹਦੀ ਪਹਿਚਾਣ ਬਣ ਗਈ। formed part of an ancient ritual ਕਰਕੇ ਬਣਾਇਆ ਗਿਆ, ਉੱਥੋਂ ਦਾ ਕੋਈ ਉੱਦਾਂ ਦਾ ਕੋਈ ਰੀਤੀ ਰਿਵਾਜ ਸੀਗਾ। ਕਹਿੰਦਾ was a representation of goddess Apona। ਇਹ ਸਾਡੇ ਲਈ ਸਟਰੋਂਗ ਹੀ ਜਿਹੜਾ ਆਪਾਂ ਨੂੰ ਉੱਥੇ ਇਨਫੋਰਮੇਸ਼ਨ ਮਿਲਣੀ ਚਾਹੀਦੀ ਹੈ। associated with protection of horses and ਇੱਕ ਪਾਸੇ ਜੇ horses ਆ, ਦੂਜੇ ਪਾਸੇ ਕਿਸੇ ਨੂੰ ਬਚਾਉਣਾ, ਜੋ ਡਾਕਟਰ ਹੀ ਕਹਿੰਦਾ ਮੈਂ ਤਾਂ, ਆਪਾਂ ਨੂੰ goddess Apona ਦੇ ਨਾਲ ਇਨਫੋਰਮੇਸ਼ਨ ਨਾਲ ਐਸੋਸੀਏਟ ਕਰਨਾ। ਆਪਾਂ ਇੱਥੇ ਆ ਗਿਆ ਜੀ ਗੋਡੈਸ ਐਪਨਾ ਦਾ ਰੈਫਰੈਂਸ ਮਿਲ ਗਿਆ ਸਾਨੂੰ। ਹੂ ਵਾਸ ਵਰਸ਼ਿਪਡ, ਇਹਦੀ ਪੂਜਾ ਕੀਤੀ ਜਾਂਦੀ ਸੀ। ਐਜ਼ ਅ ਪ੍ਰੋਟੈਕਟਰ ਆਫ ਹਾਰਸਸ, ਇਹ ਘੋੜਿਆਂ ਨੂੰ ਬਚਾਉਂਦੀ ਸੀ। ਐਂਡ ਫॉर ਹਰ ਐਸੋਸੀਏਸ਼ਨ ਵਿਦ ਫਰਟੀਲਿਟੀ, ਮਤਲਬ ਇਹ ਉਪਜਾਊ ਸ਼ਕਤੀ ਦੇ ਨਾਲ ਵੀ ਆਪਾਂ ਇਹਨੂੰ ਜੋੜਦੇ ਆ। ਸੋ ਇਟ ਐਸੋਸੀਏਟਡ ਵਿਦ ਪ੍ਰੋਟੈਕਸ਼ਨ ਆਫ ਹਾਰਸਸ ਐਂਡ ਫਰਟੀਲਿਟੀ, ਸਾਡੇ ਦੋਨੋਂ ਕਰੈਕਟ ਮੈਚ ਕਰ ਗਏ। ਨਾउ was a representation of a Welsh goddess called, ਹੁਣ ਇੱਕ ਹੋਰ goddess ਦੀ ਗੱਲ ਕਰ ਰਿਹਾ, ਉਹਨੇ ਸਾਨੂੰ ਸਿਰਫ ਉਸ goddess ਦਾ ਨਾਮ ਪੁੱਛਿਆ। ਲੱਭਣੇ ਸੌਖੇ ਹੁੰਦੇ ਕਿਉਂਕਿ ਆਪਣਾ ਜਿਹੜੇ ਆਨਸਰਸ ਹੁੰਦੇ ਨੇ ਹਮੇਸ਼ਾ ਕੈਪੀਟਲ ਵਰਡ ਦੇ ਨਾਲ ਸਟਾਰਟ ਹੁੰਦੇ ਨੇ। ਆਪਣਾ ਦਾ ਨਾਮ ਸਾਡੇ ਕੋਲ ਹੈਗਾ ਹੀ ਹੈ। ਅਤੇ ਤੁਹਾਨੂੰ ਲਾਸਟ ਲਾਈਨਸ ਦੇ ਵਿੱਚ ਇੱਕ ਹੋਰ ਨਾਮ ਮਿਲ ਗਿਆ ਕਿ ਰਿਪਰੈਜ਼ੈਂਟ ਗੋਡੈਸ ਇਨ ਨੇਟਿਵ ਮਾਈਥੋਲੋਜੀ ਸਚ ਐਜ਼ ਰਿਆਨਨ ਆ ਜਿਹੜਾ ਸਟਰੋਂਗ ਕੀਵਰਡ ਆ। ਕਾਲਡ, ਇਹ ਗੋਡੈਸ ਦਾ ਨਾਮ ਆ। ਇਹੀ ਸਾਡਾ ਆਨਸਰ ਆ। ਤੇ ਆਈ ਹੋਪ ਕਿ ਹੁਣ ਤੁਸੀਂ ਧਿਆਨ ਨਾਲ ਦੇਖਣਾ ਸ਼ੁਰੂ ਕਰ ਦਿੱਤਾ ਕਿ ਬਲੈਂਕਸ ਨੂੰ ਕਦੇ ਵੀ ਲੱਭਣਾ ਮੁਸ਼ਕਿਲ ਨਹੀਂ ਹੁੰਦਾ, ਲੇਕਿਨ ਤੁਹਾਡਾ ਲੱਭਣ ਦਾ ਤਰੀਕਾ ਗਲਤ ਆ। ਤੁਸੀਂ ਕੁਐਸਚਨ ਪੜ੍ਹਦੇ ਸਾਰ ਫੜ ਦੇਣੇ ਲੱਭਣਾ ਸ਼ੁਰੂ ਕਰ ਦਿੰਦੇ ਹੋ, ਲੱਭਦਾ ਕੁਝ ਵੀ ਨਹੀਂਗਾ ਕਿਉਂਕਿ ਤੁਹਾਨੂੰ ਪਤਾ ਹੀ ਨਹੀਂ ਹੁੰਦਾ ਲੱਭਣਾ ਕੀ ਆ। ਥੋੜਾ ਜਿਹਾ ਟਾਈਮ ਲਗਾਓ, ਇਨਵੈਸਟ ਕਰੋ, ਧਿਆਨ ਨਾਲ ਸੋਚੋ ਕਿ ਦੇਖਣਾ ਕੀ ਆ, ਐਗਜ਼ੈਕਟ ਵਰਡ ਮੈਨੂੰ ਉੱਥੇ ਕੀ ਫਿੱਟ ਹੋਣਾ ਚਾਹੀਦਾ। ਉਸ ਤੋਂ ਬਾਅਦ ਜੋ ਤੁਸੀਂ ਲੱਭਣ ਜਾਓਗੇ ਤਾਂ ਆਨਸਰ ਬਹੁਤ ਜਲਦੀ ਮਿਲਦਾ। आओ शुरू करते हैं अगली डिस्कशन। रोमन शिप बिल्डिंग एंड नेविगेशन, मतलब रोमन्स दे टाइम दे किद्दां ਉਹ ਵੱਡੇ ਵੱਡੇ ਜਹਾਜ਼ ਬਣਾਉਂਦੇ ਸੀ ਜਿਹਦੇ ਵਿੱਚ ਉਹ ਮਾਲ ਭਾੜਾ ਲੈ ਕੇ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਜਾਂਦੇ ਸੀ। ਤੇ ਨੈਵੀਗੇਸ਼ਨ ਮਤਲਬ ਉਹ ਆਪਣਾ ਸਮੁੰਦਰ ਦੇ ਵਿੱਚ ਰਸਤਾ ਲੱਭਦੇ ਕਿਵੇਂ ਸੀਗੇ। ਬਲੈਂਕਸ ਕਰਨ ਲੱਗੇ ਆਪਾਂ। ਵਾਰਸ਼ਿਪਸ ਐਂਡ ਮਰਚੈਂਟ ਸ਼ਿਪ, ਦੇਖੋ ਇੱਕ ਨੇਵੀ ਹੁੰਦੀ ਆ ਮਰਚੈਂਟ ਨੇਵੀ, ਇੱਕ ਹੁੰਦੀ ਆ ਨੇਵੀ। ਜਿਵੇਂ ਸਾਡੀ ਸਰਕਾਰ ਨੇਵੀ ਜਿਹੜੀ ਹੈਗੀ ਆ ਉਹਦਾ ਮਤਲਬ ਕੀ ਆ ਕਿ ਕੱਲ ਨੂੰ ਸਾਡਾ ਕਿਸੇ ਦੇਸ਼ ਨਾਲ ਲੜਾਈ ਹੁੰਦੀ ਆ ਤਾਂ ਨੇਵੀ ਵਾਲੇ ਕੀ ਕਰਨਗੇ ਉਹਦੇ ਵਿੱਚ, ਠੀਕ ਆ। ਉਹ ਨੇਵੀ ਉਹ ਆਰਮੀ ਦਾ ਸਾਡੀ ਪਾਰਟ ਹੈਗੀ ਆ। ਲੇਕਿਨ ਅਗਰ ਅਸੀਂ ਗੱਲ ਕਰੀਏ ਮਰਚੈਂਟ ਨੇਵੀ ਹੁੰਦਾ ਬਿਜ਼ਨਸ ਓਰੀਐਂਟਡ। ਰਿਲਾਇੰਸ ਵਾਲੇ ਬਹੁਤ ਮਾਲ ਇੱਕ ਕੰਟਰੀ ਇੰਡੀਆ ਤੋਂ ਦੂਸਰੇ ਕੰਟਰੀਜ਼ 'ਚ ਭੇਜ ਰਹੇ ਆ। ਅਮਰੀਕਾ ਤੋਂ ਬਹੁਤ ਸਾਰੀਆਂ ਕੰਪਨੀਆਂ ਤੋਂ ਅਸੀਂ ਮਾਲ ਆਪਣੇ ਇੰਡੀਆ 'ਚ ਮੰਗਾ ਰਹੇ ਆ। ਸੋ ਇਹ ਜੋ ਵੀ ਮਾਲ ਭਾੜਾ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਚੀਜ਼ਾਂ ਜਾ ਰਹੀਆਂ ਨੇ, ਕਾਰਜ ਹੋ ਰਿਹਾ, ਕਾਰਗੋ ਆ, ਇਹਨੂੰ ਮਰਚੈਂਟ ਨੇਵੀ ਦਾ ਪਾਰਟ ਮੰਨਿਆ ਜਾਂਦਾ। Warship were designed so that they were dash and moved quickly। ਕਹਿੰਦਾ ਵਾਰਸ਼ਿਪ ਜਿਹੜੇ ਹੁੰਦੇ ਸੀ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਬਣਾਏ ਜਾਂਦੇ ਸੀਗੇ, ਇੱਕ ਤਾਂ ਉਹ ਡੈਸ਼ ਹੋਣ, ਦੂਸਰਾ ਕਿ ਉਹ ਬਹੁਤ ਛੇਤੀ ਮੂਵ ਕਰ ਸਕਣ। ਵਾਰਸ਼ਿਪ ਸਾਡਾ ਕੀਵਰਡ ਆ। ਜਦੋਂ ਹੀ ਤੁਹਾਨੂੰ ਉਹ ਲਾਈਨ ਮਿਲੀ ਤੁਹਾਨੂੰ ਪਤਾ ਹੀ ਹੈ ਕਿ ਆਨਸਰ ਤੁਹਾਡਾ ਕੀ ਹੈਗਾ। ਬਿਲਡ ਟੂ ਬੀ ਲਾਈਟ ਵੇਟ ਐਂਡ ਵੈਰੀ ਸਪੀਡੀ। ਇੱਧਰ ਐਂਡ ਤੋਂ ਬਾਅਦ ਵੈਰੀ ਸਪੀਡੀ ਦੇ ਲਈ ਉਹਨੇ ਕੁਇਕ ਯੂਜ਼ ਕਰ ਲਿਆ ਐਂਡ ਇੱਧਰਲੇ ਪਾਸੇ ਸਾਡੇ ਕੋਲ ਇੱਕ ਕੀਵਰਡ ਬਚਿਆ ਐਂਡ ਦੈਟ ਇਜ਼ ਲਾਈਟ ਵੇਟ।
अगला क्वेश्चन करते हैं। दे ऑफन रिमेन्ड अफ्लोट मतलब तरदे रहंदे एंड द बैटल्स एंड वर एबल टू सेल क्लोज टू लैंड एज दे लैक्ड एनी एडिशनल वेट। A battering ram made of dash was included in the design for attacking and damaging the timber and oars of enemy ship। पूरा पढ़ लेना चाहिए ਹੁੰਦਾ ਜੇ ਕਲੈਰਿਟੀ ਨਾ ਹੋਵੇ ਤਾਂ ਅਗਲੀ ਲਾਈਨ ਵੀ ਪੜ੍ਹ ਲੈਣੀ ਚਾਹੀਦੀ ਆ। ਮੈਨੂੰ ਸਿਰਫ ਇਹਦੇ ਨਾਲ ਲੈਣਾ ਦੇਣਾ ਕੋਈ ਰੈਮ ਨਾਮ ਦੀ ਚੀਜ਼ ਆ, ਕੰਪਿਊਟਰ ਵਾਲੀ ਰੈਮ ਨਾ ਬਣਾ ਲਿਓ ਰੈਂਡਮ ਐਕਸੈਸ ਮੈਮਰੀ। ਕਹਿੰਦਾ ਉਹ ਰੈਮ ਜਿਹੜੀ ਕਿਸੇ ਚੀਜ਼ ਦੀ ਬਣੀ ਹੁੰਦੀ ਸੀ ਮੇਡ ਆਫ ਡੈਸ਼, ਉਹਦੇ ਵਿੱਚ ਕੀ ਹੁੰਦਾ ਸੀਗਾ ਡਿਜ਼ਾਈਨ ਇਦਾਂ ਦਾ ਹੁੰਦਾ ਸੀਗਾ ਕਿ ਉਹ ਐਨੀਮੀ ਦੇ ਸ਼ਿਪ ਦੇ ਵਿੱਚ ਪਏ ਟਿੰਬਰ ਨੂੰ ਬਰਬਾਦ ਕਰ ਦਿੰਦਾ ਸੀ। ਆਪਾਂ ਨੂੰ ਤਾਂ ਸਿਰਫ ਰੈਮ ਨਾਲ ਲੈਣਾ ਦੇਣਾ ਕਾਹਦਾ ਬਣਿਆ ਹੁੰਦਾ ਸੀਗਾ। ਰੈਮ ਮੇਰਾ ਸਟਰੋਂਗ ਕੀਵਰਡ ਆ, ਬਹੁਤ ਹੀ ਕਲੀਅਰਲੀ ਲਿਖਤਾ ਦੇ ਹੈਡ ਅ ਬ੍ਰੌਂਜ਼ ਬੈਟਰਿੰਗ ਰੈਮ। ਇਸ ਤੋਂ ਜ਼ਿਆਦਾ ਕੁਝ ਲੱਭਦਾ ਹੀ ਨਹੀਂ ਆਪਾਂ ਨੂੰ, ਸਿੰਪਲ ਸਾਡਾ ਆਨਸਰ ਬ੍ਰੌਂਜ਼ ਐਜ਼ ਅ ਕਰੈਕਟ ਆਨਸਰ ਆ ਜੋ ਅਸੀਂ ਇੱਥੇ ਫਿਟ ਕਰ ਦਾਂਗੇ। ਅਗਲਾ ਹੈਗਾ ਕਹਿੰਦਾ ਵਾਰਸ਼ਿਪਸ ਸਚ ਐਜ਼ ਦ trireme, ਇਹਨੇ ਨਾਮ ਦੱਸਦਾ ਕੋਈ ਮੈਨੂੰ ਤਾਂ ਪੜ੍ਹਨਾ ਨਹੀਂ ਆਉਂਦਾ। trireme had rovers on 3 different dash। ਉਹ ਕਹਿੰਦਾ ਉਹਦੇ ਕੋਲ ਨਾ ਰੋਵਰਸ ਮੇਰੇ ਖਿਆਲ ਤਾਂ ਰੋ ਕਰਨਾ ਆਪਾਂ ਜਿਵੇਂ ਚੱਪੂ ਮਾਰਦੇ ਆ ਰੋ ਕਰਨਾ ਰੋਵਰਸ, ਉਹ ਕਹਿੰਦਾ ਉਹਦੇ ਵਿੱਚ ਰੋਵਰਸ 3 ਡਿਫਰੈਂਟ ਡੈਸ਼ ਹੁੰਦੇ ਸੀਗੇ ਔਨ ਤੇ ਹੁੰਦੇ ਸੀਗੇ। ਕੀ ਹੁੰਦੇ ਸੀਗੇ ਆਓ ਧਿਆਨ ਨਾਲ ਦੇਖੀਏ ਰੋਵਰਸ ਬਾਰੇ ਉਹਨੇ ਕੀ ਲਿਖਿਆ। ਮੇਨ ਕੀਵਰਡ ਸਾਡਾ ਮਿਲ ਗਿਆ ਸਾਨੂੰ, ਇਹਦਾ ਨਾਮ ਮਿਲ ਗਿਆ trireme was the dominant warship ਕਿਦੋਂ 7ਵੀਂ ਤੋਂ 4ਥੀ ਸੈਂਚੁਰੀ BC ਤੱਕ ਚੱਲੀ ਇਹ। ਇਟ ਹੈਡ ਰੋਵਰਸ ਮਿਲ ਗਏ ਸਾਨੂੰ ਟੌਪ ਮਿਡਲ ਲੋਅਰ ਲੈਵਲਸ। ਇੱਧਰ ਕਿਹਾ ਸੀ ਉਹਨੇ 3 ਲੈਵਲਸ, ਇੱਧਰ ਉਹਨੇ ਕਹਿਤਾ ਟੌਪ ਮਿਡਲ ਤੇ ਲੋਅਰ ਲੈਵਲ ਸਾਡਾ ਆਨਸਰ ਬਣ ਗਿਆ। ਨਾਓ ਅਨਲਾਈਕ ਵਾਰਸ਼ਿਪਸ ਦੇ ਉਲਟ ਮਰਚੈਂਟ ਸ਼ਿਪਸ ਹੈਡ ਅ ਡੈਸ਼। ਕਿਹੜੀ ਚੀਜ਼ ਸੀਗੀ ਮਰਚੈਂਟ ਸ਼ਿਪ ਚ? ਕਹਿੰਦਾ ਬ੍ਰੌਡ ਡੈਸ਼। ਆਪਾਂ ਨੂੰ ਲੱਭਣਾ ਜੀ ਮਰਚੈਂਟ ਸ਼ਿਪ ਬਾਰੇ ਗੱਲ ਕੀਤੀ ਆ ਅਗਲੇ ਪੈਰਾਗ੍ਰਾਫ ਚ। ਬ੍ਰੌਡ ਦੇ ਲਈ ਲਿਖਤਾ ਉਹਨਾਂ ਨੇ ਦੇ ਹੈਡ ਅ ਵਾਈਡਰ ਹਲ ਡਬਲ ਪਲੈਂਕਿੰਗ। ਇੰਨਾ ਜ਼ਿਆਦਾ ਕੁਝ ਸੋਚਣ ਦੀ ਲੋੜ ਨਹੀਂ, ਆਨਸਰ ਲਗਾ ਦਿਓ ਫਟਾਫਟ। ਉਹ ਕਹਿੰਦਾ ਬ੍ਰੌਡ ਹਲ, ਇੱਧਰ ਉਹ ਕਹਿੰਦਾ ਵਾਈਡਰ ਹਲ। ਇਹ ਫਿਰ ਤੁਹਾਨੂੰ ਆਨਸਰ ਲੱਭਣ ਚ ਹੈਲਪ ਕਰ ਰਹੀ ਆ। ਨਾਓ ਕਹਿੰਦਾ merchant ships were steered through the water with the help of large rudders and a tiller bar। ਲੈ ਜਾਓ ਫੁੱਲ ਸਟਾਪ ਆ ਗਿਆ, ਆਪਾਂ ਕੀ ਲੈਣਾ। they had both square and dash sails। sail ਮਤਲਬ ਉਹ ਤੁਸੀਂ ਦੇਖਿਆ ਹੋਣਾ ਕਈ ਵਾਰੀ ਉਹ ਕੱਪੜਾ ਜਿਹਾ ਟੰਗ ਦਿੰਦੇ ਆ ਤੇ ਹਵਾ ਨਾਲ ਹੀ ਉਹ ਚੱਲੀ ਜਾਂਦੀ ਆ, ਸੇਲ ਕਰਦੀ ਜਾਂਦੀ ਆ ਬੋਟ ਹਨਾ। ਉਹ ਕਹਿੰਦਾ ਸਕੁਅਰ ਵੀ ਹੁੰਦੇ ਸੀ ਤੇ ਦੂਸਰਾ ਮੇਰੇ ਹਿਸਾਬ ਨਾਲ ਜੇ ਅਗਰ ਇੱਧਰ ਸਕੁਅਰ ਆ ਤੇ ਉਧਰ ਪਾਸੇ ਵੀ ਕੋਈ ਸ਼ੇਪ ਦੀ ਰੈਫਰੈਂਸ ਆਣੀ ਚਾਹੀਦੀ ਆ। ਆਪਾਂ ਨੂੰ ਜਿਹੜਾ ਮਿਲਿਆ ਸੇਲ ਦੇ ਨਾਲ ਰਿਲੇਟਡ ਇੱਥੇ ਲਿਖਿਆ ਜੀ ਦੇਖੋ ਵਿਦ ਲਾਰਜ ਸਕੁਅਰ ਸੇਲਸ ਐਂਡ ਅ ਸਮਾਲ ਟ੍ਰਾਇੰਗੂਲਰ ਸੇਲ। ਤਾਂ ਸੋਚਣ ਦੀ ਕੋਈ ਜ਼ਿਆਦਾ ਲੋੜ ਹੀ ਨਹੀਂ, ਤੁਹਾਡਾ ਆਨਸਰ ਕੀ ਆ ਟ੍ਰਾਇੰਗੂਲਰ। ਕਹਿੰਦਾ ਔਨ ਮਰਚੈਂਟ ਸ਼ਿਪਸ and warships dash was used to ensure rowers moved their oars in and out of the water at the same time। ਜਿਹੜੇ ਰੋਵਰਸ ਹੈਗੇ ਨੇ ਇੱਕੋ ਟਾਈਮ ਤੇ ਇਹ ਨਾ ਹੋਵੇ ਉਹ ਐ ਕਰੀ ਜਾਂਦਾ ਤੇ ਦੂਜਾ ਪੁੱਠੇ ਪਾਸੇ ਕਰੀ ਜਾਂਦਾ ਤੇ ਸ਼ਿਪ ਉੱਥੇ ਦਾ ਉੱਥੇ ਹੀ ਖੜਾ। ਉਹ ਕਹਿੰਦਾ ਵੀ ਰੋਵਰਸ ਨੂੰ ਇਸ ਤਰੀਕੇ ਦੇ ਨਾਲ ਚਲਾਇਆ ਜਾਂਦਾ ਸੀਗਾ ਕਿ ਇੱਕੋ ਟਾਈਮ ਤੇ ਉਹ ਪਾਣੀ ਅੰਦਰ ਹੀ ਆ ਬਾਹਰ ਕਰਨ। ਉਹਦੇ ਲਈ ਕਾਹਦੀ ਹੈਲਪ ਲੈਂਦੇ ਸੀ? ਡੈਸ਼ ਵਾਸ ਯੂਜ਼ਡ। ਆਓ ਦੇਖਦੇ ਹਾਂ ਕਿ ਉਹ ਕਿਹਨਾਂ ਨੂੰ ਕਾਹਦੇ ਨਾਲ ਕੰਟਰੋਲ ਕਰਦੇ ਸੀਗੇ। ਸੋ ਕਹਿੰਦਾ merchant ship used oarsmen but coordinating the hundreds of rowers was not easy। ਕਹਿੰਦੇ ਸੌਖਾ ਕੰਮ ਨਹੀਂ ਸੀ ਉਹਨਾਂ ਨੂੰ ਕੰਟਰੋਲ ਕਰਨਾ। in order to assist them music would be played on an instrument and oars would then keep time with this। clear ਆ ਜੀ। ਕਹਿੰਦਾ ਉਹ ਮਿਊਜ਼ਿਕ ਪਲੇ ਕਰਦੇ ਸੀਗੇ ਤੇ ਫਿਰ ਜਿਹੜੇ oars ਸੀਗੇ ਉਹ ਮਿਊਜ਼ਿਕ ਦੇ ਨਾਲ ਆਪਣੀ ਟਾਈਮਿੰਗ ਕਰਕੇ ਚੱਲਦੇ ਸੀਗੇ। ਸੋ ਇਸ ਤਰੀਕੇ ਦੇ ਨਾਲ ਉਹ ਮੈਨੇਜ ਕਰਦੇ ਸੀ। ਕਰੈਕਟ ਆਨਸਰ ਇਜ਼ ਮਿਊਜ਼ਿਕ। ਕਹਿੰਦਾ quantities of agricultural goods such as dash were transported by merchant ship to 2 main ports in Italy। ਕਹਿੰਦਾ ਇਟਲੀ ਦੇ 2 ਮੇਨ ਪੋਰਟਸ ਦੇ ਉੱਪਰ ਕਹਿੰਦਾ ਕੋਈ ਚੀਜ਼ ਸੀ ਐਗਰੀਕਲਚਰਲ ਗੁੱਡ ਸੀ ਜਿਹੜੀ ਲੈ ਕੇ ਜਾਂਦਾ ਸੀ। ਆਓ ਦੇਖ ਲੈਂਦੇ ਐਗਰੀਕਲਚਰ ਗੁੱਡ ਬਾਰੇ ਕੀ ਲਿਖਿਆ। the cargo on merchant ships included raw material। ਕਹਿੰਦਾ ਇਹਦੇ ਤੇ ਆਇਰਨ ਹੁੰਦੇ ਸੀ, ਮੈਨੂੰ ਨਹੀਂ ਚਾਹੀਦਾ ਕਾਪਰ ਮਾਰਬਲ ਗ੍ਰੇਨਾਈਟ ਨਾ ਇਹਦੇ ਨਾਲ ਨਹੀਂ ਲੈਣਾ ਦੇਣਾ। ਐਂਡ ਐਗਰੀਕਲਚਰ ਪ੍ਰੋਡਕਟ ਆ ਗਿਆ ਜੀ ਸਾਨੂੰ ਇਹਦੇ ਨਾਲ ਲੈਣਾ ਦੇਣਾ। ਐਗਜ਼ਾਮਪਲ grains from Egyptian Nile Valley। ਲੋ ਜੀ ਕਲੀਅਰ ਹੋ ਗਿਆ। ਸਾਨੂੰ ਇਹਨੂੰ ਲੈ ਕੇ ਕਿੱਥੇ ਜਾਣਾ? ਹਿਊਜ ਸਿਟੀ 1 ਬਿਲੀਅਨ ਇਨਹੈਬਿਟੈਂਟਸ। ਕਹਿੰਦਾ ਵਰਲਡ ਵੁੱਡ ਸਿਟੀ situated in Bay of Naples in Italy
ਚਲੋ ਜਦੋਂ ਮਰਜ਼ੀ ਲੈ ਜਾਣ, ਜਿੱਥੇ ਮਰਜ਼ੀ ਲੈ ਜਾਣ, ਆਪਾਂ ਨੂੰ ਸਿਰਫ ਐਗਰੀਕਲਚਰ ਪ੍ਰੋਡਕਟ ਦੇ ਨਾਲ ਲੈਣਾ ਦੇਣਾ ਸੀ। ਸੋ ਕਰੈਕਟ ਆਨਸਰ ਇਜ਼ ਕਿ ਗ੍ਰੇਨ ਸੀਗੇ ਜਿਹੜੇ ਬਹੁਤ ਵੱਡੇ ਮਾਤਰਾ ਦੇ ਵਿੱਚ ਕਿੱਥੇ ਲੈ ਕੇ ਜਾਂਦੇ ਸੀਗੇ, ਇਟਲੀ ਲੈ ਕੇ ਜਾਂਦੇ ਸੀ। ਨਾਓ ਦ ਸ਼ਿਪ ਵਰ ਪੁਲਡ ਟੂ ਦ ਸ਼ੋਰ ਬਾਏ, ਹੁਣ ਕੋਈ ਚੀਜ਼ ਆ ਜਿਹਦੇ ਨਾਲ ਸ਼ਿਪ ਨੂੰ ਕੀ ਆ ਸ਼ੋਰ ਤੱਕ ਖਿੱਚ ਕੇ ਲਿਆਉਂਦੇ ਸੀਗੇ। ਵੈਨ ਦਾ ਵੈਦਰ ਵਾਸ ਕਲੀਅਰ ਦੇ ਵੁੱਡ ਸੀ ਆਈਲੈਂਡ ਔਨ, ਉਹ ਕਹਿੰਦਾ ਸ਼ਿਪ ਨੂੰ ਕਾਹਦੇ ਨਾਲ ਖਿੱਚ ਕੇ ਲਿਆਉਂਦੇ ਸੀਗੇ, ਆਪਾਂ ਨੂੰ ਕੋਈ ਇਦਾਂ ਦੀ ਚੀਜ਼ ਚਾਹੀਦੀ ਆ ਜਿਹੜੀ ਸਾਨੂੰ ਇਹਦੀ ਰੈਫਰੈਂਸ ਦੇ ਦੇ। ਇਸੇ ਪੈਰਾਗ੍ਰਾਫ 'ਚ ਲਾਰਜ ਮਰਚੈਂਟ ਸ਼ਿਪ ਵੁੱਡ ਅਪਰੋਚ ਦਾ ਡੈਸਟੀਨੇਸ਼ਨ ਪੋਰਟ ਪਹੁੰਚ ਜਾਂਦੇ ਸੀ ਐਂਡ ਜਸਟ ਲਾਈਕ ਟੁਡੇ, ਅੱਜ ਵਾਂਗੂ ਹੀ ਬੀ ਇੰਟਰਸੈਪਟਡ ਬਾਈ ਅ ਨੰਬਰ ਆਫ ਟੋ ਬੋਟਸ ਦੈਟ ਵੁੱਡ ਡਰੈਗ them to the quay। ਸੋ ਮਤਲਬ ਉਹ ਜਿਹੜੇ ਟੋ ਬੋਟ, ਜਿਵੇਂ ਆਪਣੀ ਕਈ ਵਾਰੀ ਗੱਡੀ ਖਰਾਬ ਹੋ ਜਾਂਦੀ ਆ, ਟੋ ਕਰਨ ਵਾਲਾ ਵਹੀਕਲ ਆਂਦਾ, ਉਹਨੂੰ ਲੈ ਜਾਂਦਾ ਜਿੱਥੇ ਲੈ ਕੇ ਜਾਣਾ ਹੁੰਦਾ ਠੀਕ ਕਰਨ ਵਾਲੀ ਥਾਂ ਤੇ, ਉਦਾਂ ਹੀ ਸ਼ਿਪ ਨੂੰ ਵੀ ਮਰਚੈਂਟ ਸ਼ਿਪ ਨੂੰ ਟੋ ਕਰਕੇ ਉਹ ਕੁਏਸ ਤੇ ਲੈ ਜਾਂਦੇ ਸੀਗੇ ਜਿੱਥੇ ਉਹ ਆਪਣਾ ਜਿਹੜਾ ਸਮਾਨ ਹੁੰਦਾ ਸੀ ਅਨਲੋਡ ਕਰਕੇ ਤੇ ਸ਼ਿਪ ਵਾਪਸ ਆ ਜਾਂਦਾ ਸੀਗਾ। ਸੋ ਇੱਥੇ ਸਾਨੂੰ ਆਨਸਰ ਜਿਹੜਾ ਮਿਲੇਗਾ ਉਹ ਮਿਲੇਗਾ ਬਾਏ ਟੋ ਬੋਟਸ ਐਂਡ ਦੈਟਸ ਇਟ। ਇੱਕ ਵਾਰ ਫਿਰ ਤੁਸੀਂ ਦੇਖਿਆ, ਜਿੰਨੇ ਜ਼ਿਆਦਾ ਤੁਸੀਂ ਕਲੈਰਿਟੀ ਦੇ ਨਾਲ ਕੁਐਸਚਨਸ ਨੂੰ ਸਮਝਦੇ ਹੋ ਉਨਾ ਕਲੀਅਰ ਤੁਹਾਡੇ ਕੋਲ ਆਨਸਰ ਵਰਡ ਹੁੰਦਾ ਜਾਂਦਾ। ਪੈਰਾਗ੍ਰਾਫ ਤੁਸੀਂ ਬਹੁਤ ਜ਼ਿਆਦਾ ਪੜ੍ਹੋ ਸਮਝੋ, ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ, ਬਟ ਉਸ ਆਨਸਰ ਨੂੰ ਲੱਭਣ ਦੇ ਲਈ ਜੋ ਇੱਕ ਸੈਂਟੈਂਸ ਆ ਉਹਨੂੰ ਜ਼ਰੂਰ ਧਿਆਨ ਨਾਲ ਕਰਿਆ ਕਰੋ, ਇਹਦੇ ਨਾਲ ਹੀ ਤੁਹਾਡੀ ਐਕਿਊਰੇਸੀ ਆਏਗੀ।